ਰਾਈਟ ਵੇ ਪਾਕਿਸਤਾਨ ਦੇ ਨਾਲ ਮੈਂ ਤੁਹਾਡਾ ਹੋਸਟ ਅਲੀ ਅਸਗਰ ਡੁੱਡੀ। ਨਾਜ਼ਰੀਨ, ਮੈਂ ਇਸ ਟਾਈਮ ਮੌਜੂਦ ਹਾਂ ਪ੍ਰੈਸ ਕਲੱਬ ਦੇ ਸਾਹਮਣੇ। ਸਾਡੇ ਨਾਲ ਕਸਾਬ ਐਸੋਸੀਏਸ਼ਨ ਦੇ ਸਦਰ ਮਲਕ ਮੁਹੰਮਦ ਅਰਸ਼ਦ ਮੌਜੂਦ ਨੇ, ਜਿਹੜੇ ਇੱਥੇ ਆਪਣਾ ਇhtਜਾਜ ਰਿਕਾਰਡ ਕਰਵਾ ਰਹੇ ਨੇ ਕਿ ਉਹਨਾਂ ਦੇ ਜਿਹੜੇ ਦੁਕਾਨਦਾਰ ਨੇ, ਮੈਂਬਰ ਨੇ ਜਿਹੜੇ ਦੁਕਾਨਦਾਰ, ਉਹਨਾਂ ਨੂੰ ਭਾਰੀ ਜੁਰਮਾਨੇ ਆਇਦ ਕਰ ਦਿੱਤੇ ਜਾਂਦੇ ਨੇ। ਜਿਹੜੀ ਸਾਡੀ ਸਰਕਾਰੀ ਲਿਸਟ ਹੈ ਉਹਦੇ ਵਿੱਚ ਜਿਹੜੇ ਗੋਸ਼ਤ ਦਾ ਰੇਟ ਹੈ ਉਹ ਤਕਰੀਬਨ 650 ਰੁਪਏ। ਆਮ ਜਿਹੜਾ ਸ਼ਹਿਰ ਦੇ ਵਿੱਚ ਰੇਟ ਚੱਲ ਰਿਹਾ ਇਸ ਟਾਈਮ ਉਹ 800 ਰੁਪਏ ਤੋਂ 900 ਰੁਪਏ। ਇਸੇ ਤਰ੍ਹਾਂ ਜਿਹੜਾ ਮਟਨ ਦਾ ਗੋਸ਼ਤ ਹੈ ਉਹ ਸਰਕਾਰੀ ਲਿਸਟ ਦੇ ਉੱਤੇ 1300 ਰੁਪਏ, ਜਦਕਿ ਦੁਕਾਨਾਂ ਉੱਤੇ ਸੇਲ ਹੋ ਰਿਹਾ 17 ਤੋਂ 1800 ਰੁਪਏ। ਇਸ ਦੇ ਬਾਰੇ ਦੇ ਵਿੱਚ ਜਿਹੜੇ ਸਾਡੇ ਦੁਕਾਨਦਾਰ ਨੇ, ਉਹਨਾਂ ਦੇ ਜਿਹੜੇ ਸਦਰ ਨੇ ਮਲਕ ਅਰਸ਼ਦ, ਉਹ ਸਾਡੇ ਨਾਲ ਮੌਜੂਦ ਨੇ ਤੇ ਆਓ ਉਹਨਾਂ ਨਾਲ ਗੱਲਬਾਤ ਕਰਨੇ ਆ ਤੇ ਜਾਣਨ ਦੀ ਕੋਸ਼ਿਸ਼ ਕਰਨੇ ਆ ਕਿ ਉਹਨਾਂ ਦਾ ਇਸ ਟਾਈਮ ਕੀ ਮੌਕਫ ਹੈ। ਜੀ अस्सलाम वालेकुम। वालेकुम अस्सलाम जी। ਕੀ ਕਹੋਗੇ ਭਾਈ ਅਰਸ਼ਦ, ਜਿਹੜਾ ਸਰਕਾਰੀ ਰੇਟ ਲਿਸਟ ਤੇ ਗੋਸ਼ਤ ਹੈ ਉਹ 650 ਰੁਪਏ, ਜਿਹੜੇ ਆਮ ਦੁਕਾਨਾਂ ਵਾਲੇ ਸੇਲ ਕਰ ਰਹੇ ਨੇ ਉਹ ਤਕਰੀਬਨ 800 ਤੋਂ 900 ਰੁਪਏ ਕਰ ਰਹੇ ਨੇ। ਇਹੀ ਹਾਲ ਮਟਨ ਦਾ ਕਿ ਮਟਨ ਦੀ ਜਿਹੜੀ ਸਰਕਾਰੀ ਲਿਸਟ ਤੇ ਰੇਟ ਹੈ ਉਹ ਤਕਰੀਬਨ 1300 ਰੁਪਏ। ਆਮ ਜਿਹੜਾ ਰੇਟ ਆਪਣਾ ਵੇਚਿਆ ਜਾ ਰਿਹਾ ਜਿਸ ਰੇਟ ਤੇ 2200 ਰੁਪਏ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਅਸੀਂ ਇਹਦੇ ਬਾਰੇ ਚ ਇਹ ਕਹਾਂਗੇ ਜੀ ਕਿ ਜਨਾਬ ਜੋ ਮਟਨ ਹੈ, ਮਟਨ ਅਸੀਂ ਮੰਡੀਆਂ ਚੋਂ ਜਾਂ ਬਾਹਰ ਪਿੰਡਾਂ ਦੇ ਵਿੱਚੋਂ ਖਰੀਦਨੇ ਆ, ਸਾਨੂੰ ਮਟਨ ਬਾਹਰੋਂ 2000 ਰੁਪਏ ਕਿਲੋ ਖੁਦ ਬਾਜ਼ਾਰੋਂ ਮਿਲ ਰਿਹਾ ਹੈ, ਖਲ ਦੇ ਵਿੱਚ ਮਿਲ ਰਿਹਾ, ਜੋ ਅਸੀਂ ਮੰਡੀਆਂ ਤੋਂ ਖਰੀਦ ਕਰ ਰਹੇ ਹਾਂ। ਔਰ ਜੋ ਬੀਫ ਖਰੀਦ ਕਰ ਰਹੇ ਹਾਂ ਉਹ ਅਸੀਂ ਜਨਾਬ ਲਈ 900 ਰੁਪਏ ਖਲ ਦੇ ਵਿੱਚ ਖਰੀਦ ਕਰ ਰਹੇ ਹਾਂ। ਅਸੀਂ ਇਸ ਭਾਅ ਲੈ ਕੇ 900 ਨੂੰ ਖਰੀਦ ਕੇ 2000 ਨੂੰ ਖਰੀਦ ਕੇ ਅਸੀਂ ਜਨਾਬ ਉਹ 600 ਨੂੰ ਬੀਫ ਕਿਵੇਂ ਵੇਚੀਏ ਜਾਂ 1300 ਨੂੰ ਮਟਨ ਕਿਵੇਂ ਵੇਚੀਏ? ਮਾੜੀ ਚੀਜ਼ ਵੇਚਣ ਨੂੰ ਦਿਲ ਨਹੀਂ ਕਰਦਾ ਬਿਲਕੁਲ ਹੀ। ਜਿਹੜਾ ਕਿ ਗਰੀਬ ਆਦਮੀ ਪਾਈਆ ਗੋਸ਼ਤ ਲੈ ਜਾਵੇ, ਉਹਦਾ ਅੱਗੇ ਜਾ ਕੇ ਗਲੇ ਨਾ, ਉਹ ਕਾਲਾ ਹੋ ਜਾਵੇ ਪੱਕ ਕੇ, ਉਹਦੇ ਵਿੱਚ ਵੀ ਕਸਾਈ ਜੁਰਮਦਾਰ ਹੈ ਜੀ। ਅਸੀਂ ਚੰਗੀ ਅੱਛੀ ਚੀਜ਼ ਹੈ ਜਿਹੜੀ ਇਸ ਰੇਟ ਤੋਂ ਘੱਟ ਨਹੀਂ ਲੱਭਦੀ ਔਰ ਨਾ ਵਿਕ ਸਕਦੀ ਹੈ। ਲਿਹਾਜ਼ਾ ਮਿਹਰਬਾਨੀ ਕੀਤੀ ਜਾਵੇ ਸਾਡੇ ਤੇ, ਸਾਡੀ ਵਜ਼ੀਰ ਆਲਾ ਪੰਜਾਬ ਨੂੰ ਸਾਡੀ ਗੁਜ਼ਾਰਿਸ਼ ਹੈਗੀ ਹੈ ਕਿ ਸਾਡੇ ਤੇ ਮਿਹਰਬਾਨੀ ਕੀਤੀ ਜਾਵੇ। ਬਾਕੀ ਜਨਾਬ ਅਸੀਂ ਬਹੁਤ ਪਰੇਸ਼ਾਨ ਹਾਂ। ਇਹ ਜਿਹੜਾ ਤੁਹਾਡਾ ਮੌਕਫ ਹੈ ਇਹਨੂੰ ਤੁਸੀਂ ਤਹਿਰੀਰੀ ਤੌਰ ਤੇ ਅਸਿਸਟੈਂਟ ਕਮਿਸ਼ਨਰ ਸਾਹਿਬ ਨੂੰ ਜਾਂ ਕਮਿਸ਼ਨਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਤੁਸੀਂ ਪਹੁੰਚਾਇਆ ਆਪਣਾ ਇਹ ਮੌਕਫ? ਜੀ ਪਹੁੰਚਾਇਆ ਜੀ। ਸਾਡੇ ਇੱਕ ਪਾਪਤਨ ਹੈ ਸਦਰ ਮਲਕ ਮੁਹੰਮਦ ਅਫਜ਼ਲ, ਮਲਕ ਮੁਹੰਮਦ ਅਫਜ਼ਲ ਸਾਡੇ ਪਾਪਤਨ ਸਦਰ ਨੇ। ਉਹ ਜਨਾਬੇ ਲਈ ਤਕਰੀਬਨ ਇੱਕ ਤੋਂ ਦੂਜੇ ਦਿਨ ਬਾਅਦ ਡੀਸੀ ਸਾਹਿਬ ਕੋਲੇ ਜਾਂਦੇ ਨੇ। ਡੀਸੀ ਸਾਹਿਬ ਕੋਲੇ ਕੀ ਕਰਾਂਗੇ ਜਾ ਕੇ ਜਨਾਬ? ਡੀਸੀ ਸਾਹਿਬ ਕੋਲੇ ਜਾਵਾਂਗੇ ਉਹ ਜ਼ਿਆਦਾ ਤੋਂ ਜ਼ਿਆਦਾ 50 ਰੁਪਏ ਰੇਟ ਵਧਾ ਦੇਣਗੇ, 650 ਤੋਂ 600 ਕਰ ਦੇਣਗੇ। 900 ਨੂੰ ਤਾਂ ਸਾਨੂੰ ਬਾਹਰੋਂ ਪਿਆ ਲੱਭਦਾ, ਖਲ ਦੇ ਵਿੱਚ ਪਿਆ ਲੱਭਦਾ 900 ਨੂੰ। ਜਿਹੜਾ ਮਟਨ ਹੈ, ਮਟਨ ਜਨਾਬ ਲਈ 2200 ਨੂੰ 2000 ਨੂੰ ਖਲ ਦੇ ਵਿੱਚ ਬਾਹਰੋਂ ਮੰਡੀਆਂ ਚੋਂ ਲੱਭਦਾ ਪਿਆ। ਅਸੀਂ 1300 ਨੂੰ ਕਿਵੇਂ ਸੇਲ ਕਰੀਏ? ਲਿਹਾਜ਼ਾ ਸਾਡੀ ਇਹ ਅਪੀਲ ਹੈ ਕਿ ਡੀਸੀ ਸਾਹਿਬ ਨੂੰ ਵੀ ਸਾਡੀ, ਔਰ ਏਸੀ ਸਾਹਿਬ ਨੂੰ, ਡੀਸੀ ਸਾਹਿਬ ਨੂੰ ਵੀ ਸਾਡੀ ਇਹ ਅਪੀਲ ਹੈ ਕਿ ਉੱਥੋਂ ਜਾਣ ਮੰਡੀ ਦੇ ਵਿੱਚੋਂ ਜਾਨਵਰ ਖਰੀਦਣ, ਇੱਕ ਬੱਕਰਾ ਖਰੀਦ ਲੈਣ, ਇੱਕ ਕੱਟਾ ਖਰੀਦ ਲੈਣ, ਖਰੀਦ ਕੇ ਉਹਨੂੰ ਜ਼ਿਬਾ ਕਰ ਲੈਣ, ਉਹਦੇ ਟੋਟਿਆਂ ਦਾ ਵਜ਼ਨ ਕਰ ਲੈਣ, ਵਜ਼ਨ ਕਰਕੇ ਉਹਨਾਂ ਤੋਲ ਕੇ ਜਨਾਬ ਲਈ ਜੋ ਰੇਟ ਨਿਕਲਦਾ ਸਾਨੂੰ ਰੇਟ ਦੇ ਦੇਣ। ਤੁਸੀਂ ਉਸ ਰੇਟ ਤੇ? ਅਸੀਂ ਉਸ ਰੇਟ ਤੇ ਮੁਤਮੈਨ ਹੋਵਾਂਗੇ ਔਰ ਬਿਲਕੁਲ ਵੇਚਾਂਗੇ। ਅਸੀਂ ਵੱਧ ਵੇਚੀਏ ਤੇ ਅਸੀਂ ਜੁਰਮਦਾਰ ਹਾਂ ਔਰ ਸਾਡੇ ਤੇ ਪਰਚੇ ਵੀ ਦੇਣ ਔਰ ਸਾਡੇ ਤੋਂ ਜੁਰਮਾਨਾ ਵੀ ਕਰਨ। ਇਹ ਤੈਅਸ਼ੁਦਾ ਰੇਟ ਹੈ ਗਵਰਨਮੈਂਟ ਦਾ, ਇਹਦੇ ਤੇ ਤੁਹਾਨੂੰ ਵਾਰਾ ਨਹੀਂ? ਸਾਨੂੰ ਵਾਰਾ ਜੀ, ਸਾਡੇ ਬੱਚੇ ਭੁੱਖੇ ਮਰਦੇ ਨੇ। ਇਸ ਭਾਅ ਵੇਚ ਕੇ ਸਾਨੂੰ 400-500 ਰੁਪਇਆ ਕਿਲੋ ਮਗਰ ਨੁਕਸਾਨ ਹੁੰਦਾ, ਨੁਕਸਾਨ ਹੁੰਦਾ। ਅਸੀਂ ਕਿਵੇਂ ਵੇਚੀਏ? ਅਸੀਂ ਨਹੀਂ ਵੇਚ ਸਕਦੇ। ਜਾਂ ਅਸੀਂ ਫਿਰ ਦੁਕਾਨਾਂ ਬੰਦ ਕਰ ਦਈਏ, ਅਸੀਂ ਸ਼ਟਰ ਡਾਊਨ ਕਰ ਦਿੰਦੇ ਹਾਂ ਸਾਰੇ, ਫਿਰ ਰਲ ਕੇ ਅਸੀਂ ਆਪਦੇ ਘਰ ਬਹਿ ਜਾਂਦੇ ਹਾਂ ਭੁੱਖੇ ਤਿਰਿਆਏ। ਅਸੀਂ ਆਪਦੇ ਬੱਚਿਆਂ ਨੂੰ ਕਿਵੇਂ ਜਨਾਬ ਲਈ ਭੁੱਖਿਆ ਵੇਚ ਸਕਦੇ ਹਾਂ? ਅਸੀਂ ਨਹੀਂ ਵੇਚ ਸਕਦੇ। ਅਸੀਂ 200, 400, 500 ਕਿਲੋ ਮਗਰ ਘਾਟਾ ਨਹੀਂ ਖਾ ਸਕਦੇ। ਜਿਹੜਾ ਫਿਰ ਗਵਰਨਮੈਂਟ ਨੇ ਰੇਟ ਤੈਅ ਕੀਤਾ ਉਹ ਕਿਵੇਂ ਉਹ ਕਰ ਲੈਂਦੇ ਨੇ? ਇਹ ਜੀ ਉਹਨਾਂ ਦੀ ਮਰਜ਼ੀ ਹੈ। ਕਦੇ ਜਨਾਬ ਲਈ ਅਸੀਂ ਟੀਵੀਆਂ ਦੇ ਵਿੱਚ ਤਾਂ ਸੁਣਿਆ ਨਹੀਂ ਹੈ। ਮੁਰਗੇ ਦਾ ਜ਼ਰੂਰ ਜਨਾਬ ਲਈ ਰੇਟ ਬਦਲਦਾ ਆਉਂਦਾ, ਕੋਈ ਜਨਾਬ ਲਈ ਸਾਡੀ ਇਨਸ਼ਾਅੱਲਾ ਇਹ ਜਦੋਂ ਇਸ ਤਰ੍ਹਾਂ ਨਹੀਂ ਸਹੀ ਹੋ ਸਕਦਾ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਜਿਵੇਂ ਬ੍ਰਾਇਲਰ ਦਾ ਗੋਸ਼ਤ ਉਹ ਤੁਲ ਕੇ ਆਉਂਦਾ ਤੇ ਉਹ ਤੋਲ ਕੇ ਅੱਗੋਂ ਵੇਚਦੇ ਨੇ। ਜੀ ਇਸ ਤਰ੍ਹਾਂ ਕਰ ਲੈਣ, ਸਾਡੇ ਨਾਲ ਇਸ ਤਰ੍ਹਾਂ ਕਰ ਲੈਣ, ਸਾਨੂੰ ਤੋਲ ਕੇ ਦੇ ਦੇਣ, ਅਸੀਂ ਉਵੇਂ ਵੇਚ ਲਾਂਗੇ ਜਨਾਬ। ਅਸੀਂ ਇਸੇ ਗੱਲੋਂ ਕਹਿ ਰਹੇ ਹਾਂ ਨਾ ਕਿ ਮੰਡੀ ਦੇ ਵਿੱਚੋਂ ਜਾਨਵਰ ਖਰੀਦਣ, ਇੱਕ ਬੱਕਰਾ ਖਰੀਦਣ, ਇੱਕ ਕੱਟਾ ਖਰੀਦਣ, ਉਹ ਕਰਕੇ ਜ਼ਿਬਾ ਕਰ ਲੈਣ, ਜ਼ਿਬਾ ਕਰਕੇ ਉਹਦੇ ਟੋਟੇ ਕਰਨ, ਉਹਦਾ ਵਜ਼ਨ ਕਰਨ, ਵਜ਼ਨ ਕਰਕੇ ਜੋ ਰੇਟ ਨਿਕਲੇ ਅਸੀਂ ਉਸ ਰੇਟ ਵੇਚਣ ਨੂੰ ਤਿਆਰ। ਉਹਦੇ ਤੇ ਅਮਲ ਦਰਾਮਦ ਕਰਾਓਗੇ? ਬਿਲਕੁਲ ਕਰਾਵਾਂਗੇ। ਮੈਂ ਨਾ ਕਰਵਾਵਾਂ ਤੇ ਜਨਾਬ ਲਈ ਸਾਡੇ ਤੇ ਪਰਚੇ ਵੀ ਹੋਣ ਔਰ ਸਾਨੂੰ ਜੁਰਮਾਨੇ ਵੀ ਹੋਣ। ਅਸੀਂ 2200 ਨੂੰ ਖਰੀਦ ਕੇ 1300 ਨੂੰ ਨਹੀਂ ਵੇਚ ਸਕਦੇ। ਅਸੀਂ 900 ਨੂੰ ਖਰੀਦ ਕੇ 950 ਨੂੰ ਖਰੀਦ ਕੇ ਅਸੀਂ 600 ਨਹੀਂ ਵੇਚ ਸਕਦੇ। ਇਹ ਅਸੀਂ ਸਾਡੀ ਡੀਸੀ ਸਾਹਿਬ ਨੂੰ ਵੀ ਇਹ ਅਪੀਲ ਹੈ, ਸਾਡੀ ਏਸੀ ਸਾਹਿਬ ਨੂੰ ਵੀ ਅਪੀਲ ਹੈ, ਸਾਡੀ ਵਜ਼ੀਰ ਆਲਾ ਪੰਜਾਬ ਨੂੰ ਵੀ ਇਹ ਅਪੀਲ ਹੈ, ਗਰੀਬਾਂ ਤੇ ਕੋਈ ਮਿਹਰਬਾਨੀ ਕਰਨ, ਗਰੀਬਾਂ ਦੇ ਹਾਲ ਤੇ ਕੋਈ ਮਿਹਰਬਾਨੀ ਕਰਨ। ਇਹ ਬਹੁਤ ਤੁਹਾਡਾ ਅੱਜ ਕੀ ਹੈ? ਇਹ ਰਸੀਦਾਂ ਜਨਾਬ ਸਾਨੂੰ ਕੱਲ ਜੁਰਮਾਨੇ ਹੋਏ ਨੇ 1000 ਰੁਪਇਆ ਤੇ
ਤਿੰਨ 3000 ਰੁਪਇਆ। ਇਹ ਤਾਂ ਘੱਟ ਨੇ ਨਾ ਜੀ, ਅਜੇ ਪਰਚੀਆਂ ਨਹੀਂ ਆ ਰਹੀਆਂ। ਕੱਲ 5-5000 ਰੁਪਇਆ, 10-10000 ਰੁਪਇਆ, 15-15000 ਰੁਪਇਆ ਸੀਓ ਸਾਹਿਬ ਨੇ ਜੁਰਮਾਨੇ ਕਰਵਾਏ ਨੇ। ਜਿਹੜਾ ਨਹੀਂ ਸੀ ਦਿੰਦਾ ਉਹਨੂੰ ਖਿੱਚ ਕੇ ਦੁਕਾਨ ਚੋਂ ਬਾਹਰ ਕੱਢਦੇ ਸਨ ਤੇ ਉਹਦੀ ਕਹਿੰਦੇ ਸੀ ਅਸੀਂ ਤੇਰੇ ਤੇ ਪਰਚਾ ਵੀ ਦੇਵਾਂਗੇ, ਤੇਰੀ ਦੁਕਾਨ ਸੀਲ ਵੀ ਕਰਾਂਗੇ। ਉਹਦਾ ਗੋਸ਼ਤ ਵੀ ਅੰਦਰ ਖਰਾਬ ਹੁੰਦਾ ਹੈ ਜੀ, ਤੇ ਅਸੀਂ ਬਹੁਤ ਪਰੇਸ਼ਾਨ ਹਾਂ। ਲਿਆ ਸਾਡੇ ਤੇ ਕੁਝ ਮਿਹਰਬਾਨੀ ਕੀਤੀ ਜਾਵੇ ਜੀ। ਨਾਜ਼ਰੀਨ, ਇਹ ਸਾਡੇ ਨਾਲ ਮੌਜੂਦ ਸਨ ਮਲਕ ਮੁਹੰਮਦ ਅਰਸ਼ਦ ਸਾਹਿਬ, ਜਿਹੜੇ ਕਸਾਬ ਐਸੋਸੀਏਸ਼ਨ ਆਰਵਾਲਾ ਦੇ ਸਦਰ ਨੇ। ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਗਵਰਨਮੈਂਟ ਨੇ ਰੇਟ ਤੈਅ ਕੀਤਾ ਗੋਸ਼ਤ ਦਾ 650 ਰੁਪਏ ਤੇ 1300 ਰੁਪਏ ਮਟਨ ਦਾ, ਇਹ ਸਾਨੂੰ ਕਾਬਲੇ ਕਬੂਲ ਨਹੀਂ ਹੈ, ਕਿਉਂਕਿ ਜਿਹੜੇ ਜਾਨਵਰ ਨੇ ਉਹ ਮਹਿੰਗੇ ਨੇ। ਅਸੀਂ ਜਿਹੜੀ ਹਕੂਮਤ ਹੈ ਉਹਨੂੰ ਇਹ ਦਰਖਾਸਤ ਕਰਨੇ ਆ ਕਿ ਉਹ ਕੋਈ ਬੱਕਰਾ ਜਾਂ ਇੱਕ ਕੱਟਾ ਮੰਡੀ ਦੇ ਵਿੱਚੋਂ ਖਰੀਦ ਕੇ ਉਹਦਾ ਜਿਹੜਾ ਆਪਣਾ ਉਹ ਹਿਸਾਬ ਕਿਤਾਬ ਲਾ ਕੇ ਉਹਦਾ ਗੋਸ਼ਤ ਦਾ ਰੇਟ ਤੈਅ ਕਰਨ। ਜੋ ਸਾਨੂੰ ਰੇਟ ਦੇਵਣਗੇ ਅਸੀਂ ਉਸ 'ਤੇ ਅਮਲ ਦਰਾਮਦ ਵੀ ਕਰਵਾਵਾਂਗੇ ਤੇ ਉਸੇ ਰੇਟ ਤੇ ਵੇਚਾਂਗੇ। ਮੇਰੇ ਨਾਲ ਇੱਕ ਹੋਰ ਦੁਕਾਨਦਾਰ ਵੀ ਮੌਜੂਦ ਨੇ ਤੇ ਆਓ ਉਹਨਾਂ ਦੀ ਵੀ ਗੱਲਬਾਤ ਸੁਣਨੇ ਆ ਤੇ ਜਾਣਨ ਦੀ ਕੋਸ਼ਿਸ਼ ਕਰਨੇ ਆ ਕਿ ਉਹ ਇਸ ਬਾਰੇ ਕੀ ਕਹਿੰਦੇ ਨੇ। अस्सलाम वालेकुम जी। ਵਾਲੇਕੁਮ ਸਲਾਮ ਕੀ ਜੀ। ਨਾ ਸਰ ਜੀ ਤੁਹਾਡਾ? ਮੇਰਾ ਨਾਮ ਹੈ ਮੁਹੰਮਦ ਗੁਲਜ਼ਾਰ ਹੈ ਤੇ ਮੈਂ ਗੋਸ਼ਤ ਦਾ ਹੀ ਕੰਮ ਕਰਦਾ। ਕਿੰਨੇ ਅਰਸੇ ਤੋਂ ਕਰ ਰਹੇ ਜੀ? ਮੈਂ ਤਕਰੀਬਨ 30 ਤੋਂ 35 ਸਾਲ ਤੋਂ ਕਰ ਰਿਹਾ ਤੇ ਇਹਦਾ ਇਹੋ ਹੀ ਰੰਡੀ ਰੋਣਾ ਰਿਹਾ ਲੈ ਵੀ ਰੇਟ ਡੀਸੀ ਸਾਹਿਬ ਬਾਕੀ ਚੀਜ਼ਾਂ ਦੇ ਵਧਾ ਦਿੰਦੇ ਆ ਤੇ ਜਦੋਂ ਸਾਡੇ ਗੋਸ਼ਤ ਦਾ ਹੁੰਦਾ ਇਹ ਸਾਲ ਬਾਅਦ 50 ਰੁਪਏ ਵਧਾ ਦਿਓ। ਅੱਗਿਓਂ ਰੇਟ ਦਾ ਕੋਈ ਪਤਾ ਵੀ ਕਰਨ ਨਾ, ਹਰ ਚੀਜ਼ ਦਾ ਉਹਨਾਂ ਨੂੰ ਪਤਾ, ਏਸੀ ਸਾਹਿਬ ਨੂੰ ਵੀ ਪਤਾ, ਡੀਸੀ ਸਾਹਿਬ ਨੂੰ ਵੀ ਪਤਾ ਲੈ ਵੀ ਕੀ ਭਾਅ ਵਿਕ ਰਿਹਾ, ਕੀ ਭਾਅ ਆ ਰਿਹਾ ਤੇ ਕੀ ਅੱਗੇ ਵਿਕ ਰਿਹਾ। ਉਹਨਾਂ ਨੂੰ ਹਰ ਚੀਜ਼ ਦਾ ਪਤਾ। ਜੇ ਉਹਨਾਂ ਨੂੰ ਅਸੀਂ ਪੁੱਛਦੇ ਆ ਉਹ ਕਹਿੰਦੇ ਡੀਸੀ ਸਾਹਿਬ ਕਹਿੰਦੇ ਜੀ ਸਾਨੂੰ ਪਿੱਛੋਂ ਆਰਡਰ ਹੈ ਲੈ ਵੀ ਅਸੀਂ ਇਸ ਤੋਂ ਵੱਧ ਨਹੀਂ ਵਧਾ ਸਕਦੇ। ਹੁਣ ਜਿਹੜਾ 50 ਰੁਪਏ ਵੱਧਦਾ ਪਿਆ, ਹੁਣ ਚੀਨੀ ਹੈ ਅੱਜ 30 ਰੁਪਏ, ਕੱਲ ਨੂੰ 70 ਹੋ ਜਾਂਦੀ, 70 ਮਿਲਦੀ ਪਈ। ਸਾਨੂੰ ਇੱਥੇ ਹੈ ਹੀ ਨਹੀਂ। ਜਿਹੜਾ ਵੀ ਬੰਦਾ ਆਉਂਦਾ ਉਹਨੂੰ ਜੇ ਅਗਰ ਕੋਈ ਘੱਟ ਦੇ ਦਿੰਦਾ ਉਹ ਜੁਰਮਾਨੇ ਤੋਂ ਉਹ ਫਟਾਫਟ ਫੋਨ ਕਰਦਾ ਤਹਿਸੀਲਦਾਰ ਸਾਹਿਬ ਨੂੰ, ਆ ਜਾਓ ਜੀ ਮੈਂ ਬੰਦਾ ਫੜ ਲਿਆ ਜੀ। ਅਸੀਂ ਕੀ ਡਾਕੂ ਹੈਗੇ ਲੈ ਵੀ ਸਾਨੂੰ ਫੜ ਲਿਆ ਉਹਨਾਂ ਨੇ? ਲੈ ਵੀ ਜਦੋਂ ਇੱਕ ਚੀਜ਼ ਦਾ ਸਾਨੂੰ ਰੇਟ ਹੈ ਹੀ ਨਹੀਂ, ਜਾਂ ਤਾਂ ਸਾਨੂੰ ਰੇਟ ਦੇਣ, ਗੋਸ਼ਤ ਦੇਣ, ਸਾਨੂੰ ਤੋਲ ਕੇ ਸਾਨੂੰ 50 ਰੁਪਏ ਕਿਲੋ ਦੇ ਦੇਣ ਲੈ ਵੀ ਤੁਸੀਂ ਇਹ ਨਫਾ ਲਵੋ ਜੀ, ਬਕਾਇਆ ਤੁਸੀਂ ਵੇਚੋ। ਅਸੀਂ 60 ਵੀ ਲਵਾਂਗੇ ਤੇ ਫਿਰ ਸਾਨੂੰ ਫੜ ਲੈਣ। ਤੇ ਜਦੋਂ ਸਾਨੂੰ ਹੁਣ ਇੱਕ ਰੇਟ ਬਾਹਰੋਂ ਆਉਂਦਾ ਹੀ ਨਹੀਂ ਪਿਆ, ਜਾਨਵਰ ਮੰਡੀ ਦੇ ਵਿੱਚ ਪੈਸੇ ਕੋਲ ਹੁੰਦੇ ਆ, ਡਾਕੂ ਰਾਹ 'ਚ ਪੈਂਦੇ ਆ, ਤੇ ਜਦੋਂ ਨਾਗਲੇ ਦੇ ਮੰਡੀ ਜਾਈਦਾ ਉੱਥੋਂ ਸੌਦਾ ਨਹੀਂ ਲੱਭਦਾ, ਇਸ ਭਾਅ ਨਹੀਂ ਲੱਭਦਾ ਪਿਆ, 2200 'ਚ ਬੱਕਰਾ ਨਹੀਂ ਲੱਭਦਾ ਪਿਆ, 900 'ਚ ਕੱਟਾ ਨਹੀਂ ਲੱਭਦਾ ਪਿਆ। ਤੇ ਕੀ ਕਰਨ? ਅੱਗੇ ਆ ਜਾਂਦੇ ਜਿਹੜੇ ਬੰਦੇ ਇਹਨਾਂ ਦੇ ਮੁਲਾਜ਼ਮ ਹੈ ਉਹ ਇਦਾਂ ਸਾਨੂੰ ਸਮਝਦੇ ਆ ਲੈ ਵੀ ਅਸੀਂ ਪਾਊਡਰ ਵੇਚਣ ਦਾ, ਪਾਊਡਰ ਵਾਲੇ ਦਾ ਚੌਕ 'ਚ ਖਲੋ ਕੇ ਵੇਚਣ ਦਾ, ਸਾਨੂੰ ਦੁਕਾਨਾਂ ਤੋਂ ਲਾ ਲੈਂਦੇ ਆ, ਕਹਿ ਦਿੰਦੇ ਜੀ ਆਹ ਕਰੋ ਜੀ, ਜੁਰਮਾਨਾ ਕਰੋ ਜੀ। ਕੀ ਅਸੀਂ ਇਹਨਾਂ ਦੇ ਕੋਈ ਮੁਲਾਜ਼ਮ ਹੈ ਕਿ ਜਾਂ ਇਹਨਾਂ ਦੇ ਕੋਈ ਮਤਹਿਤ ਹੈ? ਲੈ ਵੀ ਡੀਸੀ ਸਾਹਿਬ ਨੂੰ ਵੀ ਚਾਹੀਦਾ ਨਾ ਲੈ ਵੀ ਜੇ ਕੋਈ ਰੇਟ ਵਧਿਆ ਸਾਲ ਬਾਅਦ ਇਹ ਵੀ ਪੁੱਛਣ ਲੈ ਵੀ ਇਹ ਕੀ ਭਾਅ ਪੈਂਦਾ ਮੰਡੀ 'ਚੋਂ, ਉਸ ਭਾਅ ਸਾਨੂੰ ਰੇਟ ਦੇ ਦੇਣ। ਸਾਡਾ ਕਹਿ ਦਿੰਦੇ ਜੀ ਤੁਹਾਡਾ 1300 ਆ, 1350 ਕਰ ਦੇਣ। ਬਾਹਰ ਵਿਕਣ ਡਿਆ 2500 ਰੁਪਏ, ਅਸੀਂ 1300 ਕਿੱਥੋਂ ਵੇਚੀਏ? ਇਹ ਲਿਹਾਜ਼ਾ ਇਹ ਹੈ ਸਾਡੇ ਨਾਲ ਮਿਹਰਬਾਨੀ ਕਰੋ, ਮਿਹਰਬਾਨੀ ਕੀਤੀ ਜਾਵੇ ਲੈ ਵੀ ਜਿਹੜਾ ਰੇਟ ਹੈ ਨਾ ਸਾਨੂੰ ਇਸ ਤਰ੍ਹਾਂ ਹੀ ਦੇਣ, ਜਿਸ ਤਰ੍ਹਾਂ ਨਾਗਲੇ ਦੇ 'ਚ ਕੋਈ ਚੀਜ਼ ਵਿਕਦੀ ਹੈ ਨਾ ਉਹ ਹਿਸਾਬ ਨਾਲ ਰੇਟ ਦੇਣ। ਅਸੀਂ ਕਿਹੜਾ ਕੋ ਘਰੋਂ ਜਾਨਵਰ ਲਿਆਉਂਦੇ ਆ ਜੀ। ਨਾਜ਼ਰੀਨ, ਤੁਸੀਂ ਸਦਰ ਕਸਾਬ ਐਸੋਸੀਏਸ਼ਨ ਮਲਕ ਮੁਹੰਮਦ ਅਰਸ਼ਦ ਸਾਹਿਬ ਦੀ ਵੀ ਗੱਲਬਾਤ ਸੁਣੀ ਤੇ ਦੁਕਾਨਦਾਰ ਦੀ ਵੀ ਗੱਲ ਸੁਣੀ। ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਬਰੈਲਰ ਦਾ ਗੋਸ਼ਤ ਹੈ ਜਿਹੜਾ 100 ਰੁਪਏ ਕਿਲੋ ਵਿਕਣ ਵਾਲਾ ਸੀ ਉਹ ਤਕਰੀਬਨ ਅੱਜ 600 ਰੁਪਏ ਵਿਕ ਰਿਹਾ, 650 ਰੁਪਏ ਵਿਕ ਰਿਹਾ। ਤੇ ਹਕੂਮਤ ਸਾਨੂੰ ਇਹ ਗੱਲ ਕਹਿੰਦੀ ਹੈ ਕਿ ਤੁਸੀਂ 650 ਰੁਪਏ ਕੱਟੇ ਦਾ ਗੋਸ਼ਤ ਵੇਚੋ, ਜਿਹੜਾ ਉਹਦੇ ਨਾਲ ਕਈ ਦਰਜੇ ਜ਼ਿਆਦਾ ਮਹਿੰਗਾ ਹੈ। ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਬਰੈਲਰ ਹੈ ਉਹਦੀਆਂ ਕੀਮਤਾਂ ਤਕਰੀਬਨ 4 ਗੁਣਾ ਵੱਧ ਗਈਆਂ, ਲੇਕਿਨ ਜਿਹੜਾ ਗੋਸ਼ਤ ਹੈ ਜਾਂ ਮਟਨ ਹੈ ਉਹਦੇ ਜਿਹੜੇ ਰੇਟ ਨੇ ਉਹ ਸਿਰਫ ਸਾਲ ਬਾਅਦ ਸਿਰਫ 50 ਰੁਪਏ ਵਧਾ ਦਿੱਤੇ ਜਾਂਦੇ ਨੇ। ਜਿਹੜੀ ਬਰੈਲਰ ਮਾਫੀਆ ਹੈ ਉਹ ਆਪਣੇ ਗੋਸ਼ਤ ਨੂੰ 100 ਰੁਪਏ ਤੋਂ ਰੇਟ ਚੁੱਕ ਕੇ ਤਕਰੀਬਨ 600 650 ਤੇ ਲੈ ਆਈ ਹੈ। ਲੇਕਿਨ ਇਹ ਛੋਟੇ ਦੁਕਾਨਦਾਰ ਨੇ, ਇਹਨਾਂ ਦਾ ਇਹ ਕਹਿਣਾ ਕਿ ਸਾਨੂੰ ਜਿਹੜੀ ਤਕਲੀਫਾਂ ਨੇ ਉਹ ਬਹੁਤ ਜ਼ਿਆਦਾ ਨੇ, ਸਾਡੇ ਕਾਰੋਬਾਰ ਪਹਿਲੇ ਹੀ ਠੱਪ ਨੇ, ਨਾ ਹੋਣ ਦੇ ਬਰਾਬਰ ਨੇ। ਉੱਤੋਂ ਜਿਹੜੀ ਇੰਤਜ਼ਾਮੀਆ ਉਹ ਸਾਨੂੰ ਤਕਰੀਬਨ 3000 ਤੋਂ ਲੈ ਕੇ 5000 10000 ਰੁਪਏ ਤੱਕ ਜੁਰਮਾਨੇ ਕਰ ਜਾਂਦੀ ਹੈ, ਜਿਸ ਦੀ ਵਜ੍ਹਾ ਤੋਂ ਸਾਡੇ ਜਿਹੜੇ ਚੁੱਲ੍ਹੇ ਨੇ ਉਹ ਠੰਡੇ ਪੈ ਰਹੇ ਨੇ। ਇਹ ਇਸ ਟਾਈਮ ਪ੍ਰੈਸ ਕਲੱਬ ਆਰਵਾਲਾ ਦੇ ਬਾਹਰ ਮੌਜੂਦ ਨੇ ਔਰ ਆਪਣਾ ਇhtਜਾਜ ਰਿਕਾਰਡ ਕਰਵਾ ਰਹੇ ਨੇ। ਤੇ ਇਹਨਾਂ ਦਾ ਕਹਿਣਾ ਕਿ ਜਿਹੜੇ ਅਫਸਰਾਨੇ ਅੱਲਾ ਨੇ ਉਹ ਨੋਟਿਸ ਲਵਣ ਤੇ ਸਾਡੇ ਹਾਲ ਤੇ ਰਹਿਮ ਕਰਨ ਤੇ ਸਾਡਾ ਜਿਹੜਾ ਗੋਸ਼ਤ ਹੈ ਅਗਰ ਇਹਦੀ ਕੀਮਤ ਤੁਸੀਂ ਤੈਅ ਕਰਨੀ ਹੈ ਤੇ ਤੁਸੀਂ ਸਾਨੂੰ ਗੋਸ਼ਤ ਦੇ ਦਿਓ। ਅਗਰ ਤੁਸੀਂ ਸਾਨੂੰ ਗੋਸ਼ਤ ਦਿਓਗੇ ਜਿਸ ਰੇਟ ਤੇ ਦਿਓਗੇ ਅਸੀਂ 50 ਰੁਪਏ ਜ਼ਿਆਦਾ ਦੇ ਨਾਲ ਅਸੀਂ ਉਹਨੂੰ ਮਾਰਕੀਟ 'ਚ ਫਰੋਖਤ ਕਰਾਂਗੇ ਤੇ ਇਹਦੇ ਅਮਲ ਦਰਾਮਦ ਵੀ ਕਰਾਵਾਂਗੇ। ਤੇ ਸਾਨੂੰ ਦਿਓ ਇਜਾਜ਼ਤ। ਵੇਖਦੇ ਰਹੋ ਰਾਈਟ ਵੇ ਪਾਕਿਸਤਾਨ। ਅੱਲਾ ਹਾਫਿਜ਼।